मिले उन्हां प्यारियां नूं जिन्हां मिलिया तेरा नाम चित आवे। मिले उन्हां प्यारियां नूं संत बाबा हीरादास जी महाराज, संत संत बाबा प्रेमदास जी महाराज, जिन्हां दी चरण दे विच रह करके और 108 संत बाबा प्रेमदास जी महाराज जी तो संत बाबा आनंददास जी ने नाम प्राप्त किया और 108 संत बाबा हीरादास जी महाराज जिन्हां ने डेरे नूं बसाया। डेरे दे मुखी ने उन्हां तो 108 संत बाबा टहलदास जी महाराज उन्होंने नाम दियां दातां प्राप्त कीतियां सन और जिन्हां दे मिलने करके, जिन्हां प्यारियां दे मिलने करके वो परमात्मा नाम चित आउंदा है। और जिन्ना चिर सत दी संगत, रब दे प्यारियां दी संगत नहीं हुंदी, उन्ना चिर परमात्मा दी जिहड़ी है वो प्राप्ति नहीं हो सकती। और परमात्मा जिहड़ा है, क्योंकि प्रभ जी वसै साध की रचना, परमात्मा जिहड़ा महापुरुषां दी रचना ते वास्ता है। ते सतगुरु गुरु अर्जन देव महाराज जी गाथा महला 5वां दे विच फरमान करदे हन, सिमरन गोविंद नाम उदरण कुल समूहण, कि जो पुरष चाहता भावना दे नाल वाहिगुरु दा अकाल पुरख अंतर्जामी दे नाम नूं सिमरदा है, वो पुरष समूह कुलां नूं तार लैंदा है। लभद्यं साध संगेण नानक बड़भागी भेटां
ਗਿਆਨ ਤੇ ਦਰਸ਼ਨ ਹੈ। ਪਰਮੇਸ਼ਰ ਦਾ ਨਾਮ ਸੰਤਾਂ ਦੇ ਸੰਗ ਕਰਕੇ ਲੱਭਦਾ ਹੈ। ਬੜਭਾਗੀ ਸਾਧ ਸੰਗ ਪ੍ਰਾਪਤ ਮਿਲ ਭੇਟਤ ਦੁਰਮਤ ਕੋਈ। ਜਿਨ੍ਹਾਂ ਨੇ ਲੱਭਿਆ ਹੈ ਉਸੇ ਬੜਭਾਗੀ ਪੁਰਸ਼ ਨੂੰ ਭਗਵਾਨ ਦਾ ਦਰਸ਼ਨ ਪ੍ਰਾਪਤ ਹੋਇਆ ਹੈ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ ਵਿੱਚ ਪ੍ਰਮਾਣ ਕਰਦੇ ਹਨ, ਪਾਰ ਜਾਤੇ ਹਰਿ ਕੋ ਨਾਮ ਰਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਊਤਮ ਹਰਿ ਕੀ ਕਥਾ ਨਾਮ ਸੁਨਤ ਦਦ ਦੁਖ ਲਤਾ। निर्गुण कथा कथा है हर की बाज मिल साधु संगत जन की चरक समझ पाप तेरे मनुआ अमृत कथा संत संग सुनुआ सुन हर कथा उतारी मैल महापनीत पै सुख सैल। ਜਿਹੜੀ ਪ੍ਰਮਾਤਮਾ ਦੀ ਕਥਾ ਹੈ, ਜਿਹੜੇ ਪ੍ਰਮਾਤਮਾ ਦਾ ਨਾਮ ਹੈ, ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਸਤ ਸੰਗਤ ਦੇ ਵਿੱਚ ਔਰ ਉਹ ਆਪਣੇ ਕਰੋੜਾਂ ਜਨਮਾਂ ਦੇ ਜਿਹੜੇ ਪਾਪ ਹੁੰਦੇ ਨੇ ਇੱਕ ਛਿਨ ਦੇ ਵਿੱਚ ਉਹ ਖਤਮ ਕਰ ਲੈਂਦਾ। ਜੇਕਰ ਆਪਣੇ ਘਰ ਤੋਂ ਚੱਲ ਕਰਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਹੋਏ ਜਾਂ ਗੁਰੂ ਮੰਤਰ ਦਾ ਜਾਪ ਕਰਦਾ ਹੋਏ ਘਰ ਤੋਂ ਚੱਲੇ ਔਰ ਸਤਿਗੁਰਾਂ ਨੂੰ ਆ ਕਰਕੇ ਨਮਸਕਾਰ ਕਰਕੇ ਸੰਗਤ ਦੇ ਵਿੱਚ ਪ੍ਰੇਮ ਦੇ ਨਾਲ ਬੈਠ ਕਰਕੇ ਸਤ ਸੰਗ ਨੂੰ ਸਰਵਣ ਕਰੇ ਤਾਂ ਫਿਰ ਜਿਹੜਾ ਜੀਵਨ ਜਿਹੜਾ ਬਣ ਜਾਂਦਾ। ਕਿਉਂਕਿ ਪ੍ਰਮਾਤਮਾ ਦਾ ਨਾਮ ਤੋਂ ਬਗੈਰ ਕੋਈ ਵੀ ਜਨਮਾਂ ਜਨਮਾਂਤਰਾਂ ਦੇ ਜਿਹੜੇ ਨੇ ਬੰਧਨ ਨੂੰ ਕੱਟ ਨਹੀਂ ਸਕਦਾ। ਕਿਉਂਕਿ ਜਿਤਨਾ ਮਰਜੀ ਵੱਡਾ ਢੇਰ ਲਗਾਇਆ ਜਾਵੇ ਔਰ ਉਹਨੂੰ ਇੱਕ ਤੀਲੀ ਲਗਾ ਦਿੱਤੀ ਜਾਵੇ, ਉਹ ਤੀਲੀ ਜਦੋਂ ਲੱਗਦੀ ਹੈ ਉਹ ਜਦੋਂ ਅੱਗ ਬਾਲਦੀ ਹੈ ਤਾਂ ਸਾਰੀ ਢੇਰੀ ਨੂੰ ਰਾਖ ਬਣਾ ਦਿੰਦਾ ਹੈ। ਚਾਹੇ ਉਹ ਭਾਵੇਂ ਗੰਦਗੀ ਵਾਲੀ ਵੀ ਹੋਵੇ ਲੇਕਿਨ ਬਾਅਦ ਦੇ ਵਿੱਚ ਉਹਨੂੰ ਗੰਦਗੀ ਨਹੀਂ ਕਹਿੰਦੇ, ਉਹਨੂੰ ਰਾਖ ਕਹਿੰਦੇ ਨੇ। ਉਹ ਜਿਹੜੀ ਰਾਖ ਹੈ ਜਦੋਂ ਉਹਨੇ ਸੰਗਤ ਅਗਨੀ ਦੀ ਕੀਤੀ ਔਰ ਉਹਨੂੰ ਫਿਰ ਪਵਿੱਤਰ ਮੰਨਿਆ ਜਾਂਦਾ ਹੈ। ਕਈ ਵਾਰ ਸੰਤ ਮਹਾਂਪੁਰਸ਼ ਜਦੋਂ ਉਹਨਾਂ ਦੇ ਕੋਲ ਆਉਂਦੇ ਨੇ ਕੋਈ ਕਹਿੰਦਾ ਮੈਨੂੰ ਇਸ ਤਰ੍ਹਾਂ ਦਾ ਕੋਈ ਹੈ ਤਾਂ ਮਹਾਂਪੁਰਸ਼ ਕਈ ਵਾਰ ਧੂਣੇ ਤੋਂ ਚੱਕ ਕੇ ਰਾਖ ਹੀ ਦੇ ਦਿੰਦੇ ਤੇ ਉਹੀ ਉਹਦੇ ਰੋਗ ਜਿਹੜੇ ਕੱਟ ਦਿੰਦੀ ਹੈ। ਇਸ ਕਰਕੇ ਜਿਹੜੀ ਹੈ ਪਰਮਾਤਮਾ ਦਾ ਜਿਹੜਾ ਨਾਮ ਹੈ ਉਹਦੇ ਜਪਣ ਕਰਕੇ ਹੀ ਮਹਾਂਪੁਰਸ਼ ਉਸ ਧੂਣੀ ਦੇ ਵਿੱਚ ਵੀ ਜਿਹੜਾ ਹੈ ਪਰਮਾਤਮਾ ਦੇ ਨਾਮ ਦੀ ਜਿਹੜੀ ਸੁਗੰਧੀ ਪਾ ਦਿੰਦੇ ਨੇ, ਜਿਹਦੇ ਨਾਲ ਦੁੱਖ ਜਿਹੜੇ ਤਕਲੀਫਾਂ ਜਿਹੜੀਆਂ ਕੱਟੀਆਂ ਜਾਂਦੀਆਂ ਨੇ। ਕੇਵਲ ਤੇ ਕੇਵਲ ਇੱਕ ਸਵਾਹ ਕੰਮ ਨਹੀਂ ਕਰਦੀ, ਉਸ ਮਹਾਂਪੁਰਸ਼ ਦਾ ਕੀਤਾ ਹੋਇਆ ਤਪ, ਉਹਦੀ ਕੀਤੀ ਹੋਈ ਬੰਦਗੀ, ਨਾਮ ਜਪਿਆ, ਸਿਮਰਨ ਕੀਤਾ, ਸੇਵਾ ਕੀਤੀ ਹੋਈ, ਉਹ ਉਹਦੇ ਨਾਲ ਜਿਹੜਾ ਹੈ ਉਹ ਪਾਵਰ ਜਿਹੜੀ ਹੈ ਕੰਮ ਕਰਦੀ ਹੈ। ਸਤਿਗੁਰਾਂ ਦਾ ਆਸ਼ੀਰਵਾਦ ਕੰਮ ਕਰਦਾ ਹੈ। ਇੱਕ ਸਮੇਂ ਦਾ ਜ਼ਿਕਰ ਹੈ, ਆਓ ਸਤਿਗੁਰੂ ਗੁਰਦਾਸ ਮਹਾਰਾਜ ਦੇ ਇਤਿਹਾਸ ਦੇ ਵਿੱਚੋਂ ਸਰਵਣ ਕਰੀਏ ਤੇ ਗੁਰੂ ਚਰਨਾਂ ਸੀਸ ਝੁਕਾਓ ਮੁਖ ਨੂੰ ਕਰੋ ਪਵਿੱਤਰ। ਕੋਈ ਵੀ ਰਸਨਾ ਬਾਂਝੀ ਨਾ ਰਹਿ ਤੇ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਜੰਗਲ ਚ ਤਪੱਸਿਆ ਕਰਦੇ ਜੀਵ ਜੰਤੂ ਕੋਲੇ ਆ ਗਏ। ਸਤਿਗੁਰ ਜੰਗਲ ਚ ਤਪੱਸਿਆ ਕਰਦੇ ਜੀਵ ਜੰਤੂ ਕੋਲੇ ਆ ਗਏ। ਸਤਿਗੁਰ ਜੰਗਲ ਚ ਤਪੱਸਿਆ ਕਰਦੇ ਜੀਵ ਜੰਤੂ ਕੋਲੇ ਆ ਗਏ। ਸਤਿਗੁਰ ਜੰਗਲ ਜੀਵ ਜੰਤੂ ਕੋਲੇ ਆ ਗਏ। ਸਤਿਗੁਰ ਜੰਗਲ
ਵਿੱਚ ਲੀਨ ਸਨ ਤੇ ਗੁਰੂ ਜੀ ਦੀ ਬੰਦਗੀ ਐਸੀ ਖਿੱਚ ਪਈ ਕਿ ਜੀਵ ਜੰਤੂ ਦੇਖ ਰਹੇ ਸਨ ਕਿ ਜੀਵ ਜੰਤੂਆਂ ਨੂੰ ਕੋਈ ਵੀ ਸੁੱਧ ਨਾ ਰਹੀ ਤੇ ਜੰਗਲ ਦੇ ਜੀਵ ਜੰਤੂ ਸਤਿਗੁਰਾਂ ਦੇ ਆਲੇ ਦੁਆਲੇ ਆ ਕਰਕੇ ਬੈਠ ਗਏ ਅਤੇ ਕੁਝ ਖੁਸ਼ੀ ਵਿੱਚ ਬਲੋਲਾ ਕਰ ਰਹੇ ਨੇ ਤੇ ਸ਼ਿਕਾਰੀ ਨੇ ਜੀਵ ਜੰਤੂਆਂ ਨੂੰ ਦੇਖਿਆ ਤਾਂ ਉਸਨੇ ਕੰਡਾ ਹੇੜੇ ਦੀ ਜਿਹੜੀ ਆਵਾਜ਼ ਦਿੱਤੀ। ਜਦੋਂ ਕੰਡੇ ਹੇੜੇ ਦੀ ਆਵਾਜ਼ ਦਿੱਤੀ ਤਾਂ ਉਹਨੂੰ ਹਿਰਨੀ ਨੇ ਸੁਣਿਆ। ਕੰਡਾ ਹੇੜਾ ਜਦੋਂ ਸ਼ਿਕਾਰੀ ਨੇ ਬੁਝਾਇਆ ਹਿਰਨੀ ਆ ਗਈ ਕੋਲ ਭੱਜ ਕੇ। ਕੰਡਾ ਹੇੜਾ ਜਦੋਂ ਸ਼ਿਕਾਰੀ ਨੇ ਬੁਝਾਇਆ ਹਿਰਨੀ ਆ ਗਈ ਕੋਲ ਭੱਜ ਕੇ। ਕੰਡਾ ਹੇੜਾ ਜਦੋਂ ਸ਼ਿਕਾਰੀ ਨੇ ਬੁਝਾਇਆ ਹਿਰਨੀ ਆ ਗਈ ਕੋਲ ਭੱਜ ਕੇ। ਇਸ ਦੀ ਮਿੱਠੀ ਜਿਹੀ ਸਵਾਦ ਤੇ ਮਤ ਹੋ ਕਰਕੇ ਹਿਰਨੀ ਜਿਹੜੀ ਹੈ ਉਹ ਸ਼ਿਕਾਰੀ ਵੱਲ ਨੂੰ ਚੱਲ ਪਈ ਤੇ ਸ਼ਿਕਾਰੀ ਨੇ ਜਲਦੀ ਦੇ ਨਾਲ ਉਹਦੇ ਉੱਪਰ ਜਿਹੜਾ ਜਾਲ ਪਾ ਦਿੱਤਾ ਤਾਂ ਹਿਰਨੀ ਨੂੰ ਜਿਹੜਾ ਉਹਨੂੰ ਕਾਬੂ ਕਰ ਲਿਆ। ਜਦੋਂ ਉਹ ਮਤ ਹੋਈ ਹਿਰਨੀ ਉਸ ਸੰਗੀਤ ਦੇ ਵਿੱਚ ਜਦੋਂ ਧੋਖੇਬਾਜ਼ ਸ਼ਿਕਾਰੀ ਦਾ ਇਸ ਨੂੰ ਪਤਾ ਲੱਗਿਆ, ਧੋਖੇ ਦਾ ਸ਼ਬਦ ਦਾ ਪਤਾ ਲੱਗਿਆ ਤਾਂ ਹਿਰਨੀ ਜਿਹੜੀ ਆ ਉਹਨੂੰ ਉਸ ਵੇਲੇ ਮੌਤ ਦਾ ਰੂਪ ਜਿਹੜਾ ਹੈ ਉਹ ਸਾਹਮਣੇ ਦਿਖਾਈ ਦਿੱਤਾ ਤੇ ਗੁਲਾਮੀ ਦਾ ਬੰਧਨ ਤੋੜਨ ਦੀ ਬੜੀ ਕੋਸ਼ਿਸ਼ ਕੀਤੀ, ਬੜੀ ਤੜਪੀ, ਬੜੀ ਕੁੱਦੀ ਪਰ ਰਾਖਸ਼ ਦੇ ਪੰਜੇ ਤੋਂ ਹੁਣ ਜਿਹੜਾ ਕਿਵੇਂ ਛੁੱਟ ਸਕਦੀ ਸੀ। ਜਦੋਂ ਜਾਲ ਸੀ ਸ਼ਿਕਾਰੀ ਨੇ ਪਾਇਆ ਨੈਣ ਪਾਈ ਪਰ ਰੋਈ ਹਿਰਨੀ। ਜਦੋਂ ਜਾਲ ਸੀ ਸ਼ਿਕਾਰੀ ਨੇ ਪਾਇਆ ਨੈਣ ਪਰ ਰੋਈ ਹਿਰਨੀ। ਜਾਲ ਸੀ ਸ਼ਿਕਾਰੀ ਨੇ ਪਾਇਆ ਨੈਣ ਪਰ ਰੋਈ ਹਿਰਨੀ। ਜਦੋਂ
हिरनी ने रो करके शिकारी नूं कहा कि देख शिकारी मेरे मासूम दो बच्चे हैं, वो भुखे हैं, मैनू एक बारी जाती होए नूं अपना सीर भाव अपना दुध जिहड़ा चुकाउण वास्ते फिर भावे मैनू तू मार लई और जो तेरा मन करे वो करी, एक बारी मैनू अपने बच्चों नूं देख के आण दे। ते हिरनी जिहड़ी है बेनती करदी है, दो कड़ियां दी शिकारी छुट्टी दे दे बच्चियां नूं दुध चगाया मां, दो कड़ियां दी शिकारी छुट्टी दे दे बच्चियां नूं दुध चगाया मां, दो कड़ियां दी शिकारी छुट्टी दे दे बच्चियां नूं दुध चगाया मां, दो कड़ियां दी शिकारी छुट्टी दे दे बच्चियां नूं दुध चगाया मां, कड़ियां दी शिकारी छुट्टी दे दे बच्चियां नूं दुध चगाया मां, दो कड़ियां दी शिकारी छुट्टी दे दे बच्चियां नूं दुध चगाया मां, दो कड़ियां दी शिकारी छुट्टी दे दे बच्चियां नूं दुध चगाया मां, दो कड़ियां दी शिकारी छुट्टी दे दे बच्चियां नूं दुध चगाया मां, 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 बच्चियां नूं दुध चगाया कड़ियां दी शिकारी छुट्टी दे दे बच्चियां नूं दुध चगाया मां, दो कड़ियां दी शिकारी छुट्टी दे दे बच्चियां नूं दुध चगाया मां, कड़ियां दी शिकारी छुट्टी दे दे बच्चियां नूं दुध चगाया मां, कड़ियां दी शिकारी छुट्टी दे दे बच्चियां नूं दुध चगाया मां। हिरनी हीरू शिकारी ਨੂੰ ਬੇਨਤੀ ਕਰਦੀ ਹੈ। ਉਹ शिकारी ਦਾ ਨਾਮ ਇਤਿਹਾਸ ਦੇ ਵਿੱਚ ਹੀਰੂ ਆਇਆ ਹੈ। ਉਸ ਹੀਰੂ शिकारी ਨੂੰ ਬੇਨਤੀ ਕਰਦੀ ਹੈ ਕਿ ਮੈਨੂੰ ਪ੍ਰਮਾਤਮਾ ਦਾ ਵਾਸਤਾ ਹੈ ਤੈਨੂੰ ਕਿ ਤੂੰ ਮੈਨੂੰ 2 ਘੜੀਆਂ ਦੀ ਛੁੱਟੀ ਦੇ ਦੇ, ਜੇਕਰ ਤੂੰ ਮੈਨੂੰ ਆਖਰੀ ਵਾਰੀ ਬੱਚਿਆਂ ਨੂੰ ਮਿਲਾ ਦੇਵੇਂ ਤਾਂ ਹਿਰਨੀ ਕਹਿੰਦੀ ਹੈ ਕਿ ਬਿਲਕ ਦੇ ਪੁੱਤਰਾਂ ਨੂੰ ਦੁੱਧ ਪਿਲਾ ਕੇ ਤੇਰੇ ਪਾਸ ਇੱਥੇ ਵਾਪਸ ਆ ਜਾਵਾਂਗੀ, ਫਿਰ ਬੇਸ਼ੱਕ ਮੈਨੂੰ ਮਾਰ ਲੈਣਾ। ਹਿਰਨੀ ਦੀ ਦੂਸਰੇ ਦੇ ਭਲੇ ਖਾਤਰ ਆਪਾ ਵਾਰ ਦੀ ਹਿੰਮਤ ਨੂੰ ਦੇਖ ਕਰਕੇ शिकारी ਨੇ ਆਪਣੇ ਮਨ ਦੇ ਵਿੱਚ ਕੁਝ ਰਹਿਮ ਆਇਆ ਤੇ ਹੀਰੂ शिकारी ਜਿਹੜਾ ਕਹਿੰਦਾ ਹੈ, ਜਾਮਨ ਕੋਈ ਚਾਹੀਦਾ ਬੱਚਿਆਂ ਕੋਲ ਜਾਣਾ ਚਾਹੇ, 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 ਜਾਮਨ ਕੋਈ ਚਾਹੀਦਾ ਬੱਚਿਆਂ ਕੋਲ ਜਾਣਾ ਚਾਹੇ, ਜਾਮਨ ਕੋਈ ਚਾਹੀਦਾ ਬੱਚਿਆਂ ਕੋਲ ਜਾਣਾ ਚਾਹੇ, ਜਾਣਾ ਚਾਹੇ। ਫਿਰ शिकारी ने हिरनी ਦਾ ਤਾਲਾ ਸੁਣ ਕਰਕੇ
मुख तो कहा मैं तेरे ते रहम करांगा तां जेकर कोई तू अपनी जगह जामन देवे तां क्यों जंगल के जानवरों का की भरोसा है। वो कौन है जो एक बारी अपनी मौत के पंजे तो निकल करके फिर जान बुझ करके फिर मौत के पंजे दे विच फसे। इसलिए मन में सोचदा कि जामन जरा सदना वो ठीक होवेगा। शिकारी ने हिरनी दा ये जिहड़ा झगड़ा सुन के दीन दयाल घट के अंतर की जानत भले बुरे की पीर पछानत। सतगुरु गुरु रविदास महाराज जी जेड़े जंगल दे विच बैठे हो तपस्या कर रहे ने अपने आसन तो उठ करके शिकारी दे पास आके कहन लगे कि भले पुरशा इस हिरनी दी जमानत मैं दिंदा हां गज के आखो सतनाम। अजकल जिहड़ा है एक मनुख दा जामनी बनन तो भी डरदा है। पर सतगुरु गुरु रविदास महाराज ने 15वीं सदी दे विच एक जानवरां दे भले करन वास्ते भी जामनी दित्ती सी। कहंदे मैं जमानत दिंदा जेकर दुध पिला करके वापस ना आई मैं तो जान दे बदले जान दी कीमत भर लैनी और जेकर ना आवे तो मेरी जिहड़ी है मैनू जिहड़ा मास मेरा जिहड़ा बच्चियां नू दे दे। इस जामनी ते हीरू शिकारी ने हिरनी नू 2 घड़ियां दी छुट्टी दित्ती तां हिरनी सतगुरां दा धन्नवाद करदी होई मन विच कहंदी है ऐसा सतगुर मेरा जेड़ा विछड़िया नू मेलदा। 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 विछड़िया नू मेलदा जी 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 विछड़िया नू मेलदा। ऐसा सतगुर मेरा जेड़ा 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 विछड़िया नू मेलदा। ऐसा सतगुर सुनी दा ऐसो ही मैं ढीठ विछड़िया मेले प्रभु दर के गाव पीठ। हर नामो मत दरड़ाएगा कट्टे हो मैं रोग। नानक सतगुर तिना मला जिन तोए ब्याह संजोग। गुरु रविदास महाराज जी ने दित्ती हिरनी 2 घड़ियां दी छुट्टी लै करके बच्चियां नू दुध चुगाउण वास्ते जांदी है। जदों बच्चियां दे कोल पुज्जी बड़े बड़े चावां दे नाल दुध ओ बच्चे पीण लगे अते खुची दे विच नच्चण टप्पण भी लगे। जदों बच्चे दुध चुंग के हटे तां हिरनी ने कहा मेरे बच्चों अज मैं तुहाडों सदा लई विद्या होण लगी हां। बच्चे माता नूं पुछदे हन माता की होया। हिरनी ने अपनी सारी जो भी हड्ड बीती सी सुनाई ते कहन लगी शिकारी ने मैनू अज मार के मेरा मांस अपने बच्चों नूं खाण वास्ते देना सी ते तुसी फिकर नहीं करना उस अकाल पुरख अंतर्यामी ते भरोसा रखना है। इस तरह हिरनी अपने बच्चों नूं दिलासा दिंदी है। अज बच्चा दुध चुंग लो अखीर दा दुख सी विछोड़े वाला सीना चीरदा। 2 घड़ियां दी बच्चा मैं परौणी वे मुड़ के ना माता तुहाडे कोल आउणी वे। है ने कोई भेत रब दे फकीर दा अज बच्चा दुध चुंग लो अखीर दा। फिर बच्चे कहन लगे माता तेरे तो बगैर सानू कौन लाड लडाऊगा। तेरे तो बगैर सानू कौन दुध चगाऊगा। जेकर तैं उत्ते जाना ही है ते असीं भी तेरे नाल ही जावांगे। तां बच्चे जिहड़े
ਹਿਰਨੀ ਨੂੰ ਆਪਣੀ ਮਾਤਾ ਨੂੰ ਕਹਿੰਦੇ ਹਨ, ਜਿੱਥੇ ਮਰੂੰਗੀ ਮਰਾਂਗੇ ਤੇਰੇ ਨਾਲ, ਅਸੀਂ ਤੇਰੇ ਨਾਲ ਜਾਗਣਾ, ਜਿੱਥੇ ਮਰੂੰਗੀ ਮਰਾਂਗੇ ਨਾਲ ਤੇਰੇ, ਅਸੀਂ ਤੇਰੇ ਨਾਲ ਜਾਗਣਾ। ਜਿੱਥੇ ਮਰੂੰਗੀ ਮਰਾਂਗੇ ਤੇਰੇ ਨਾਲ, ਅਸੀਂ ਤੇਰੇ ਨਾਲ ਜਾਗਣਾ, ਜਿੱਥੇ ਮਰੂੰਗੀ ਮਰਾਂਗੇ ਤੇਰੇ ਨਾਲ, ਅਸੀਂ ਤੇਰੇ ਨਾਲ ਜਾਗਣਾ। ਜਿੱਥੇ ਮਰੂੰਗੀ ਮਰਾਂਗੇ ਤੇਰੇ ਨਾਲ, ਅਸੀਂ ਤੇਰੇ ਨਾਲ ਜਾਵਣਾ, ਜਿੱਥੇ ਮਰੂੰਗੀ ਮਰਾਂਗੇ ਤੇਰੇ ਨਾਲ, ਅਸੀਂ ਤੇਰੇ ਨਾਲ ਜਾਵਣਾ। ਜਿੱਥੇ ਮਰੂੰਗੀ ਮਰਾਂਗੇ ਤੇਰੇ ਨਾਲ, ਅਸੀਂ ਤੇਰੇ ਨਾਲ ਜਾਵਣਾ, ਜਿੱਥੇ ਮਰੂੰਗੀ ਮਰਾਂਗੇ ਤੇਰੇ ਨਾਲ, ਅਸੀਂ ਤੇਰੇ ਨਾਲ ਜਾਵਣਾ। ਅਸੀਂ ਤੇਰੇ ਨਾਲ ਜਾਵਣਾ, ਅਸੀਂ ਤੇਰੇ ਨਾਲ ਜਾਵਣਾ, ਅਸੀਂ ਤੇਰੇ ਨਾਲ ਜਾਵਣਾ, ਅਸੀਂ ਤੇਰੇ ਨਾਲ ਜਾਵਣਾ। ਅਸੀਂ ਤੇਰੇ ਨਾਲ ਜਾਵਣਾ, ਅਸੀਂ ਤੇਰੇ ਨਾਲ ਜਾਵਣਾ, ਅਸੀਂ ਤੇਰੇ ਨਾਲ ਜਾਵਣਾ, ਅਸੀਂ ਤੇਰੇ ਨਾਲ ਜਾਵਣਾ। ਜਿੱਥੇ ਮਰੂੰਗੀ ਮਰਾਂਗੇ ਤੇਰੇ ਨਾਲ, ਅਸੀਂ ਤੇਰੇ ਨਾਲ ਜਾਵਣਾ, ਜਿੱਥੇ ਮਰੂੰਗੀ ਮਰਾਂਗੇ ਤੇਰੇ ਨਾਲ, ਅਸੀਂ ਤੇਰੇ ਨਾਲ ਜਾਵਣਾ। ਜਿੱਥੇ ਮਰੂੰਗੀ ਮਰਾਂਗੇ ਤੇਰੇ ਨਾਲ, ਅਸੀਂ ਤੇਰੇ ਨਾਲ ਜਾਵਣਾ, ਜਿੱਥੇ ਮਰੂੰਗੀ ਮਰਾਂਗੇ ਤੇਰੇ ਨਾਲ, ਅਸੀਂ ਤੇਰੇ ਨਾਲ ਜਾਵਣਾ। ਬੱਚੇ ਕਹਿਣ ਲੱਗੇ, ਮਾਂ ਅਸੀਂ ਤੇਰੇ ਨਾਲ ਜਾਣਾ। ਮਾਂ ਤੋਂ ਬਗੈਰ ਮਾਸੂਮ ਬੱਚਿਆਂ ਨੂੰ ਹਰ ਥਾਂ ਠੇਡੇ ਲੱਗਦੇ ਨੇ। ਜੰਗਲ ਦੇ ਕੱਖ ਵੀ ਫਨੀਅਰ ਨਾਗ ਬਣ ਕੇ ਜੰਗਲ ਨੂੰ ਆਉਂਦੇ ਨੇ। ਅਸੀਂ ਰੋਜ਼ ਦੇ ਮਰਨੇ ਨਾਲੋਂ ਤੇਰੇ ਨਾਲ ਮਰਨਾ ਪਸੰਦ ਕਰਦੇ ਹਾਂ। ਤੇ ਹਿਰਨੀ ਨੇ ਕਿਹਾ, ਬੱਚਿਓ ਤੁਹਾਡੀ ਉਮਰ ਜਿਹੜੀ ਅਜੇ ਬਹੁਤ ਛੋਟੀ ਹੈ, ਤੁਸੀਂ ਜੁਗ ਜੁਗ ਜੀਵੋ। ਪਰ ਬੱਚਿਆਂ ਨੇ ਮਾਂ ਨੂੰ ਕਿਹਾ, ਮਾਂ ਬਿਨਾ ਬੱਚਿਆਂ ਨੂੰ ਪਿੱਛੋਂ ਹਰ ਕੋਈ ਧੱਕੇ ਮਾਰੇ, ਮਾਂ ਬਿਨਾ ਬੱਚਿਆਂ ਨੂੰ ਪਿੱਛੋਂ ਹਰ ਕੋਈ ਧੱਕੇ ਮਾਰੇ। ਸਾਮਿਲ ਬੱਚਿਆਂ ਨੂੰ ਮਿਲੋ ਹਰ ਕੋਈ ਧੱਕੇ ਮਾਰੇ, ਸਾਮਿਲ ਬੱਚਿਆਂ ਨੂੰ ਮਿਲੋ ਹਰ ਕੋਈ ਧੱਕੇ ਮਾਰੇ। ਮਾਂ ਬਿਨਾ ਬੱਚਿਆਂ ਨੂੰ ਪਿੱਛੋਂ ਹਰ ਕੋਈ ਧੱਕੇ ਮਾਰੇ, ਮਾਂ ਬਿਨਾ ਬੱਚਿਆਂ ਨੂੰ ਪਿੱਛੋਂ ਹਰ ਕੋਈ ਧੱਕੇ ਮਾਰੇ। ਮਾਂ ਬਿਨਾਂ ਬੱਚਿਆਂ ਨੂੰ ਮਿਲੋ ਹਰ ਕੋਈ ਧੱਕੇ ਮਾਰੇ, ਮਾਂ ਬਿਨਾਂ ਬੱਚਿਆਂ ਨੂੰ ਪਿੱਛੋਂ ਹਰ ਕੋਈ ਧੱਕੇ ਮਾਰੇ। ਮਾਤਾ ਤੇ ਬੱਚਿਆਂ ਦਾ ਸਭ ਤੋਂ ਪਿਆਰਾ ਰਿਸ਼ਤਾ, ਮਾਤਾ ਤੇ ਬੱਚਿਆਂ ਦਾ ਸਭ ਤੋਂ ਪਿਆਰਾ ਰਿਸ਼ਤਾ। ਮਾਂ ਤੇ ਬੱਚਿਆਂ ਦਾ ਸਦਾ ਪਿਆਰਾ ਰਿਸ਼ਤਾ,
ਮਾਸੂਮ ਬੱਚਿਆਂ ਨੂੰ ਕਹਿੰਦੀ ਹੈ ਕਿ ਮੈਂ 2 ਘੜੀਆਂ ਦੀ ਛੁੱਟੀ ਲੈ ਕਰਕੇ ਸਤਿਗੁਰੂ ਗੁਰਦਾਸ ਮਹਾਰਾਜ ਦੀ ਜ਼ਮਾਨਤ ਦੇਣ ਤੇ ਛੁੱਟ ਕੇ ਆਈ ਹਾਂ। ਕੇਵਲ ਤੁਹਾਡੇ ਆਖਰੀ ਵਾਰੀ ਦੁੱਧ ਚੁਕਾਉਣ ਲਈ ਅਤੇ ਤੁਹਾਨੂੰ ਦੇਖਣ ਵਾਸਤੇ ਆਈ ਹਾਂ। ਹੁਣ ਮੈਂ ਆਪਣੇ ਧਰਮ ਅਨੁਸਾਰ ਉਸ ਦੁਸ਼ਟ ਸ਼ਿਕਾਰੀ ਪਾਸ ਜਾਵਾਂਗੀ ਤੇ ਉਹ ਮੈਨੂੰ ਘਰ ਲਿਜਾ ਕਰਕੇ ਮੈਨੂੰ ਮਾਰ ਕੇ ਮੇਰਾ ਮਾਸ ਆਪਣੇ ਬੱਚਿਆਂ ਨੂੰ ਖਾਣ ਵਾਸਤੇ ਦੇਵੇਗਾ। ਤੁਸੀਂ ਘਬਰਾਉਣਾ ਨੇ, ਸਿਦਕ ਰੱਖਣਾ, ਭਾਣਾ ਮੰਨਣਾ, ਮੌਤ ਦਾ ਮਾਮਲਾ ਨਿਤ ਦਾ ਫਿਰੇ ਰਹੇ ਨਾ ਕੋਈ, ਮੌਤ ਦਾ ਮਾਮਲਾ ਨਿਤ ਦਾ ਫਿਰ ਰਹੇ ਨਾ ਕੋਈ, ਆਵਾ ਗੌਣ ਜਹਾਨ ਤੇ ਹਰਗਿਜ਼ ਨਹੀਂ ਢੋਈ, ਚਿੰਤਾ ਕਰੀਏ ਉਸ ਦੀ ਜੋ ਕਦੇ ਨਾ ਹੋਈ, ਨਦੀ ਕਿਨਾਰੇ ਰੁਖੜਾ ਕਦ ਤੀਕ ਖਲੋਈ, ਕਰਤਾਰ ਮੇਰੀ ਜ਼ਿੰਦਗੀ ਵੀ ਤੁਹਾਨੂੰ ਦੇਵੇ, ਲਾ ਹੁਣ ਮੈਨੂੰ ਤੁਸੀਂ ਖੁਸ਼ੀ ਦੇ ਨਾਲ ਮੈਨੂੰ ਵਿਦਿਆ ਕਰੋ, ਮਾਂ ਦੀ ਮਮਤਾ ਤੁਸੀਂ ਸਦਾ ਲਈ ਭੁੱਲ ਜਾਓ। ਹੇ ਮਾਸੂਮ ਬੱਚਿਓ, ਬੱਚੇ ਜਿਹੜੇ ਨੇ ਉਹ ਮਾਤਾ ਨੂੰ ਕਹਿੰਦੇ ਨੇ ਕਿ ਅਸੀਂ ਮਾਂ ਤੇਰੇ ਤੋਂ ਬਗੈਰ ਇੱਥੇ ਕੀ ਕਰਨਾ ਹੈ, ਅਸੀਂ ਵੀ ਤੇਰੇ ਨਾਲ ਜਾਵਾਂਗੇ, ਫਿਰ ਵੀ ਸ਼ਾਇਦ ਇਕੱਠੇ ਰਹਿ ਕਰਕੇ ਫਿਰ ਸਾਡਾ ਕਿਤੇ ਜਨਮ ਹੋਗਾ, ਫਿਰ ਅਸੀਂ ਇਕੱਠੇ ਰਹਾਂਗੇ, ਕਹਿ ਕਰਕੇ ਕੋਈ ਸਮਾਂ ਸੁੱਖ ਦਾ ਲੰਘਾਵਾਂਗੇ। ਆਖਰੀ ਉਹ ਆਪਣੇ ਵਿੱਚ ਫੈਸਲਾ ਕਰਕੇ ਹਿਰਨੀ ਦੋਹਾਂ ਪੁੱਤਰਾਂ ਨੂੰ ਸਣੇ ਛਾਲਾ ਮਾਰਦੀ ਹੋਈ ਹਿਰਨੀ ਬੱਚੇ ਔਰ ਸ਼ਿਕਾਰੀ ਦੇ ਟਿਕਾਣੇ ਤੇ ਆ ਪੁੱਜੇ ਨੇ। ਅੱਗੇ ਫੰਦ ਕੀ ਜਿਹੜਾ ਹੈ ਤੇ ਗੁਰੂ ਰਵਿਦਾਸ ਮਹਾਰਾਜ ਜੀ ਉਡੀਕ ਕਰ ਰਹੇ ਨੇ। ਜਦ ਸਾਰਾ ਪਰਿਵਾਰ ਇੱਕ ਕੁਰਬਾਨੀ ਦੇਣ ਵਾਸਤੇ ਆ ਗਿਆ ਤਾਂ ਫਿਰ ਗੁਰੂ ਰਵਿਦਾਸ ਮਹਾਰਾਜ ਜੀ ਨੇ ਹੀਰੂ ਚੁਕਾਰੀ ਨੂੰ ਜੰਗਲੀ ਜਾਨਵਰ ਹਨ, ਇਹਨਾਂ ਦਾ ਪਿਆਰ ਨੂੰ ਦੇਖ ਤੂੰ ਤਾਂ ਮਨੁੱਖ ਹੈ, ਹਿਰਨੀ ਦਾ ਵਿਸ਼ਵਾਸ ਤੂੰ ਕੀਤਾ ਨਹੀਂ। ਤੇ ਸਤਿਗੁਰੂ ਗੁਰਦਾਸ ਮਹਾਰਾਜ ਜੀ ਨੇ ਕਿਹਾ, ਹੀਰੂ ਸ਼ਿਕਾਰੀ ਨੂੰ ਸਮਝਾਉਂਦੇ ਹਨ, ਗੁਰਬਾਣੀ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ, ਰਾਗ ਆਸਾ ਬਾਣੀ ਸ਼੍ਰੀ ਉਦਾਸ ਜੀਓ, ਮ੍ਰਿਗ ਮੀਨ ਭ੍ਰੰਗ ਪਤੰਗ ਕੁੰਚਰ ਇੱਕ ਦੋਖ ਵਿਨਾਸ਼। ਗੁਰੂ ਜੀ ਨੇ ਸ਼ਿਕਾਰੀ ਨੂੰ ਕਹਿੰਦੇ ਹੋਏ ਇਹ ਸ਼ਬਦ ਉਚਾਰਨ ਕੀਤਾ ਕਿ ਹਰਨ, ਮੱਛੀ, ਭੌਰਾ ਤੇ ਪਤੰਗਾ, ਪਰਵਾਨਾ ਜਿਹੜਾ ਹਾਥੀ ਇੱਕ ਵਿਸ਼ੇ ਕਰਕੇ ਨਾਸ ਹੋ ਜਾਂਦੇ ਨੇ, ਮਿਰਗ ਭਾਵ ਕੰਨਾਂ ਦਾ ਰਸ। ਇਹ ਜਿਹੜੀ ਹਿਰਨੀ ਹੈ ਜਦੋਂ ਤੱਕ ਕੰਡਾ ਹੇੜਾ ਵਜਾਇਆ ਉਹਨੂੰ ਕੰਨਾਂ ਦਾ ਰਸ ਸੀ, ਉਹ ਤੇਰੇ ਜਾਲ ਦੇ ਵਿੱਚ ਆ ਫਸੀ। ਮੱਛੀ ਨੂੰ ਜੀਭ ਦਾ ਰਸ ਹੈ, ਭੌਰੇ ਨੂੰ ਨੱਕ ਦਾ ਰਸ ਹੈ ਤੇ ਪਤੰਗਾ ਜਿਹੜਾ ਉਹਨੂੰ ਨੇਤਰਾਂ ਦਾ ਵਿਛਾ ਹੈ। ਹਾਥੀ ਨੂੰ ਕਾਮ ਦੇ ਪਿੱਛੇ ਕਰਕੇ ਉਹ ਮਰਦਾ ਹੈ। ਪੰਜ ਦੋਖ ਅਸਾਧ ਜਾਮੈ ਤਾਂ ਕਿ ਕੇਤ ਕਾਸ, ਭਾਵ ਜਿਸ ਮਨੁੱਖ ਦੇ ਵਿੱਚ ਪੰਜੇ ਚੋਰ ਵਿਚੇ ਹਨ ਉਸ ਦੀ ਜ਼ਿੰਦਗੀ ਦੀ ਆਸ ਕਿੰਨਾ ਕੁ ਚਿਰ ਕੀਤੀ ਜਾ ਸਕਦੀ ਹੈ। ਇਹ ਪੰਜੇ ਵਿਸੇ ਅਸਾਧ ਹਨ, ਇਹਨਾਂ ਦਾ ਇਲਾਜ ਵੀ ਕੋਈ ਨਹੀਂ ਹੈ। ਮਾਧੋ ਵਿਦਿਆ ਹੈ ਤਕੀਨ ਵਿਵੇਕ ਦੀਪ ਮਲੀਨ। हे ਕਰਤਾਰ, ਇਸ ਸੰਸਾਰ ਦੇ ਜੀਵਾਂ ਨੂੰ ਅਗਿਆਨਤਾ ਨਾਲ ਪਿਆਰ ਪਾਇਆ ਹੋਇਆ ਹੈ, ਜਿਸ ਕਰਕੇ ਵਿਚਾਰ ਭਾਵ ਗਿਆਨ ਰੂਪੀ ਦੀਵਾ ਮੈਲਾ ਹੋ ਗਿਆ ਹੈ, ਭਾਵ ਕਿ ਅੰਧੇਰਾ ਛਾ ਗਿਆ ਹੈ। ਤਿਰਗਨ ਜੋਨ ਅਚੇਤ ਸੰਭਵ ਪੁੰਨ ਪਾਪ ਸੋਚ। ਸੱਪ ਆਦਿਕ ਟੇਢੀਆਂ ਜੂਨਾਂ ਹਨ ਜਿਨ੍ਹਾਂ ਨੂੰ ਪਾਪ ਪੁੰਨ ਦੀ ਕੋਈ ਸੋਚ ਨਹੀਂ ਹੈ, ਉਹ ਸੋਚ ਤੋਂ ਰਹਿਤ ਹਨ। ਮਨੁੱਖਾ ਅਵਤਾਰ ਦੁਰਲਭ ਤੇ ਹੀ ਸੰਗ ਚ ਪੋਚ, ਪਰੰਤੂ ਮਨੁੱਖਾ ਜਨਮ ਦੁਰਲਭ ਹੈ। ਜਿਸ ਨੂੰ ਸੋਚ ਗਿਆਨ ਹੈ ਫਿਰ ਵੀ ਉਹ ਟੇਢੀਆਂ ਜੂਨਾਂ ਦੇ ਵਰਗੇ ਹੀ ਕੰਮ ਕਰਦਾ, ਜੂਨਾਂ ਵਾਂਗੂ ਲਿਬੜਿਆ ਹੋਇਆ ਹੈ। क्योंकि जी जंत जहां जहां लग कर्म के बस जाए, ये जीव जंतु कर्मा दे बस जिथे जिथे भी जाते हैं, काल फास अवध लाके कछु ना चले पाए, उत्ते उत्ते ही काल दी अवध ना कट्टी जान वाली फांसी गले विच पै जाती है ते कोई भी उपाव जिहड़ा उत्ते चलदा नहीं है। रविदास दास उदास तज भ्रम तपन तप गुर ज्ञान। ते सतगुरु गुरु रविदास महाराज जी पवित्र मुक्त उचारण करते हुए कहते हैं कि मैं दास उदास होकर के विचारदा हाँ कि तपा विच वड्डा चंगा तप गुरु दे ज्ञान तो ही समझदा है। भगत जन हन परमानंद करो निदान, हे भगत जना दे डर खौफ कर दूर करने वाले ईश्वर, मैनू परम आनंदी परमेश्वर की प्राप्ति होवे। भाव मैनू ये दान करो कि मैं अंत वेले परम आनंद नूं प्राप्त करा। जदों सतगुरां दा शब्द उचारण कीता, सच दा उपदेश सुनिया ते हीरू चकारी जिहड़ा है सतगुरु गुरुदास महाराज दे चरनां दे विच डिग पिया और बेनती करदा है, मैनू रखो चरनां दे कोल।
ਜੀ ਦਾ ਪਵਿੱਤਰ ਉਪਦੇਸ਼ ਸੁਣ ਕਰਕੇ ਸ਼ਿਕਾਰੀ ਦਾ ਮਨ ਪਿਆਰ ਤੇ ਬੈਰਾਗ ਨਾਲ ਮੋਮ ਹੋ ਗਿਆ ਅਤੇ ਸਤਿਗੁਰਾਂ ਦੇ ਚਾਣੀ ਤੇ ਡਿੱਗ ਪਿਆ, ਚਰਨਾਂ ਤੇ ਡਿੱਗ ਪਿਆ ਤੇ ਆਪਣੇ ਛਾਤਰ ਭੰਨ ਕੇ ਸਦਾ ਲਈ ਇਸ ਪਾਪ ਤੋਂ ਦੁਹਾਈ ਦਿੱਤੀ ਤੇ ਗੁਰੂ ਜੀ ਦੇ ਬਚਨ ਮੰਨ ਲਏ ਨੇ। ਹੱਥ ਜੋੜ ਕੇ ਖੜਾ ਹੋ ਗਿਆ ਤੇ ਗੁਰੂ ਜੀ ਨੇ ਪ੍ਰੇਮ ਨੂੰ ਦੇਖ ਕਰਕੇ ਸੱਚ ਦਾ ਉਪਦੇਸ਼ ਦਿੱਤਾ ਅਤੇ ਲੋਕ ਸੇਵਾ ਦਾ ਤਰੀਕਾ ਦੱਸ ਕੇ ਨਾਮ ਜਪਣ ਦੀ ਜੁਗਤੀ ਦਾਨ ਦਿੱਤੀ ਤੇ ਕਹਿੰਦੀ ਉਹਨੂੰ ਜਿਹੜਾ ਉਹਦੇ ਕੋਲੋਂ ਛਡਾਇਆ ਔਰ ਬੱਚਿਆਂ ਦੇ ਸਮੇਤ ਉਹਨਾਂ ਨੂੰ ਛਡਾ ਦਿੱਤਾ ਤੇ ਉਹ ਸਤਿਗੁਰਾਂ ਦਾ ਧੰਨਵਾਦ ਕਰਦੀ ਹੋਈ ਛਾਲਾ ਮਾਰਦੀ ਜਿਹੜੀ ਹੈ ਜੰਗਲ ਵੱਲ ਨੂੰ ਦੌੜੀ। ਇਹ ਹੀਰੂ ਸ਼ਿਕਾਰੀ ਨਾਮਕ ਫਾਂਦ ਕੀ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਦਾ ਪਹਿਲਾ ਸਿੱਖ ਹੋਇਆ ਹੈ ਜਿਹਨੇ ਪਹਿਲਾ ਸਾਰਿਆਂ ਤੋਂ ਨਾਮ ਲਿਆ ਤੇ ਗੁਰੂ ਜੀ ਦੀ ਚਰਚਾ ਸੁਣ ਕਰਕੇ ਕਾਂਚੀ ਦੇ ਸਭ ਇਸਤਰੀ ਪੁੱਛ ਦਰਸ਼ਨਾਂ ਨੂੰ ਹੁਮ ਹਮਾ ਕੇ ਫਿਰ ਪੁੱਜਣ ਲੱਗੇ ਤੇ ਚੰਨ ਚੋਕ ਪਰਸ ਤਪਦੇ ਹਿਰਦਿਆਂ ਨੂੰ ਸ਼ਾਂਤ ਕਰਨ ਲੱਗੇ ਤੇ ਦੁਨੀਆ ਵਿੱਚ ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਦਾ ਨਾਮ ਜਿਹੜਾ ਹੈ ਉਹਨੂੰ ਦੁਨੀਆ ਜਿਹੜੀ ਗਾਉਣ ਲੱਗੀ ਔਰ ਘਰ ਘਰ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਹੈ ਧੰਨ ਸਤਿਗੁਰੂ ਰਵਿਦਾਸ, ਧੰਨ ਸਤਿਗੁਰੂ ਰਵਿਦਾਸ ਦੁਨੀਆ ਕਹਿੰਦੀ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਹਵਾਨਾ ਨੂੰ ਔਰ ਪੱਤਰਾਂ ਦੇ ਵਿੱਚ ਚੇਤਨਤਾ ਕੋੜਿਆਂ ਦੇ ਵਿੱਚ ਮਿਟਾ ਤੇ ਬਖਸ਼ਿਸ਼ ਕਰਕੇ ਦੁਨੀਆ ਨੂੰ ਸਨਮਾਨ ਦਿੱਤਾ ਤੇ ਹੀਰੂ ਸ਼ਿਕਾਰੀ ਜਿਹੜਾ ਹੈ ਇਸ ਤਰ੍ਹਾਂ ਕਹਿੰਦਾ ਹੈ ਦੁਨੀਆ ਦੇ ਸੰਸਾਰ ਦੇ ਲੋਕਾਂ ਨੂੰ, ਕਿਉਂਕਿ ਜਿੰਨਾ ਚਿਰ ਜੀਵ ਜਿਹੜਾ ਹੈ ਆਪ ਜਿਹੜਾ ਹੈ ਉਹ ਗੁਰਸਿੱਖੀ ਦੇ ਵਿੱਚ ਨਹੀਂ ਆਉਂਦਾ ਉਹਨਾਂ ਚਿਰ ਕਿਸੇ ਨੂੰ ਉਪਦੇਸ਼ ਨਹੀਂ ਦੇ ਸਕਦਾ। ਤਾਂ ਜਦੋਂ ਉਹਨਾਂ ਨਾਮ ਦੀ ਦਾਤ ਲੈ ਲਈ ਔਰ ਗਿਆਨ ਪ੍ਰਾਪਤ ਹੋ ਗਿਆ ਤੇ ਦੁਨੀਆ ਨੂੰ ਬੇਹੋਕਾ ਦਿੰਦਾ ਹੋਇਆ ਕਹਿੰਦਾ ਹੈ ਇਹ ਤਾਂ ਦੇਵਤਾ ਨੂੰ ਦੇਵਤੇ ਬਣਾ ਕੇ ਉਧਾਰ ਕਰੂ ਦੁਨੀਆ ਦਾ। ਇਹ ਤਾਂ ਦੇਵਤਾ ਨੂੰ ਦੇਵਤੇ ਬਣਾ ਕੇ ਉਧਾਰ ਕਰੂ ਦੁਨੀਆ ਦਾ। Hare
ਕਮਾਈ ਕੀਤੀ ਹੈ ਉਹਨਾਂ ਨੂੰ ਜਿਹੜਾ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਹੈ ਇਤਿਹਾਸ ਦੇ ਵਿੱਚ ਲਿਆ ਜਾਂਦਾ ਤੇ ਉਹਨਾਂ ਨੂੰ ਸਦਾ ਹੀ ਯਾਦ ਕੀਤਾ ਜਾਂਦਾ ਹੈ। ਸਤਿਗੁਰੂ ਰਵਿਦਾਸ ਮਹਾਰਾਜ 632 ਸਾਲ ਪਹਿਲਾਂ ਕਾਂਚੀ ਸੀਰ ਗਵਾਦੋਪੁਰ ਵਿਖੇ ਉਹਨਾਂ ਨੇ ਜਨਮ ਲਿਆ। ਅੱਜ ਉਹਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ, ਉਹਨਾਂ ਦਾ ਇਤਿਹਾਸ ਨੂੰ ਜਿਹੜਾ ਯਾਦ ਕਰਕੇ ਔਰ ਜਿਹੜੇ ਜਿਹੜੇ ਉਹਨਾਂ ਦੀ ਸੰਗਤ ਦੇ ਵਿੱਚ ਗਏ ਨੇ ਉਹਨਾਂ ਦਾ ਵੀ ਜਿਹੜਾ ਇਤਿਹਾਸ ਦੇ ਵਿੱਚ ਨਾਮ ਆਇਆ। ਤਾਂ ਮੀਰਾ ਨੇ ਸਤਿਗੁਰੂ ਗੁਰਦਾਸ ਮਹਾਰਾਜ ਦੇ ਚਾਨਾਂ ਦੇ ਨਾਲ ਪ੍ਰੇਮ ਕੀਤਾ, ਚਾਲਾ ਬਾਈ ਨਾਲ ਪ੍ਰੇਮ ਕੀਤਾ ਔਰ 52 ਰਾਜੇ ਸਤਿਗੁਰੂ ਗੁਰਦਾਸ ਮਹਾਰਾਜ ਦੇ ਛਿੱਛ ਬਣੇ ਨੇ ਔਰ ਉਹਨਾਂ ਨੂੰ 632 ਸਾਲ ਬਾਅਦ ਵੀ ਆਪਾਂ ਯਾਦ ਕਰ ਰਹੇ ਨੇ ਔਰ ਸਦਾ ਕਰਦੇ ਰਹਿਣਾ ਹੈ। ਅਸੀਂ ਵੀ ਯਾਦ ਕੀਤਾ ਔਰ ਅਗਲੀਆਂ ਪੀੜ੍ਹੀਆਂ ਵੀ ਜਿਹੜੀਆਂ ਆਉਣਗੀਆਂ ਉਹਨਾਂ ਨੇ ਵੀ ਯਾਦ ਕਰਨਾ ਹੈ। ਇਸ ਜਗ੍ਹਾ ਦੇ ਉੱਤੇ ਧੰਨ ਸਤਿਗੁਰੂ ਬਾਬਾ ਹੀਰਾਦਾਸ ਮਹਾਰਾਜ, ਸਤਿਗੁਰੂ ਬਾਬਾ ਪ੍ਰੇਮਦਾਸ ਜੀ ਮਹਾਰਾਜ, ਸਤਿਗੁਰੂ ਬਾਬਾ ਟਹਿਰਦਾਸ ਜੀ ਮਹਾਰਾਜ, ਸਤਿਗੁਰੂ ਬਾਬਾ ਆਨੰਦਦਾਸ ਜੀ ਮਹਾਰਾਜ, ਧੰਨ ਸੁਭਾ ਚੇਤਨਦਾਸ ਜੀ ਮਹਾਰਾਜ, ਸੁਭਾ ਗਿਆਨਦਾਸ ਜੀ ਮਹਾਰਾਜ, ਜਿਨ੍ਹਾਂ ਨੇ ਇਸ ਧਰਤੀ ਦੇ ਉੱਤੇ ਬੈਠ ਕਰਕੇ ਜਿਹੜੇ ਜੰਗਲ ਦੀ ਰੂਪ ਦੇ ਵਿੱਚ ਸੀ ਔਰ ਜੰਗਲ ਦੇ ਵਿੱਚ ਬੈਠ ਕਰਕੇ ਇੱਕ ਜੋ ਦੇ ਕਿਨਾਰੇ ਤੇ ਬੈਠ ਕਰਕੇ ਉਸ ਪਰਮੇਸ਼ਰ ਦੀ ਬੰਦਗੀ ਕੀਤੀ, ਨਾਮ ਜਪਿਆ। ਜਿੱਥੇ ਥੜਾ ਸਾਹਿਬ ਬਣਿਆ ਉੱਤੇ ਸਤਿਗੁਰੂ ਬਾਬਾ ਹੀਰਾਦਾਸ ਜੀ ਮਹਾਰਾਜ ਉਹਨਾਂ ਨੇ ਆ ਕਰਕੇ ਇੱਥੇ ਬੈਠ ਕਰਕੇ ਤਪੱਸਿਆ ਕੀਤੀ ਔਰ ਜਦੋਂ ਹੜ੍ਹ ਆਇਆ ਕਰਦਾ ਸੀ ਔਰ ਉਸੇ ਵੇਲੇ ਉਹ ਜਿਹੜਾ ਜਲ ਸੀ ਉਹ ਹੜ੍ਹ ਸੀ ਉਹ ਥੜੇ ਨੂੰ ਢਾ ਦਿੰਦਾ ਸੀ ਔਰ ਫਿਰ ਸਤਿਗੁਰਾਂ ਨੇ ਜਦੋਂ ਹੋਇਆ ਦੂਸਰੀ ਵਾਰ ਬਣਾਇਆ, ਫਿਰ ਜਦੋਂ ਚੋ ਆਇਆ ਦੂਸਰੀ ਵਾਰ ਫਿਰ ਢਾ ਦਿੱਤਾ ਗਿਆ ਔਰ ਤੀਸਰੀ ਵਾਰ ਫਿਰ ਬਣਾਇਆ। ਉਸ ਤੋਂ ਬਾਅਦ ਉਹ ਜਿਹੜੀ ਕਹੀ ਸੀ ਜਿਹੜਾ ਚੋ ਵਗ ਰਿਹਾ ਸੀ ਉਸੇ ਵੇਲੇ ਤੀਜੀ ਵਾਰ ਬਣਾ ਕਰਕੇ ਉਸੇ ਵੇਲੇ ਜਲ ਦੇ ਵਿੱਚ ਕਹੀ ਸਿੱਟ ਦਿੱਤੀ ਔਰ ਕਹਿਣ ਲੱਗੇ ਖਵਾਜ ਖਿਜਰ ਅੱਜ ਤੋਂ ਬਾਅਦ ਅਸੀਂ ਬਣਾਉਣਾ ਨਹੀਂ ਹੈ, ਤੇਰਾ ਚਿੱਤ ਕਰਦਾ ਅਜੇ ਢਾ ਦੇ ਚਾਹੇ ਜਦ ਮਰਜੀ ਢਾ ਦੇ। ਕਹੀ ਨੂੰ ਜਲ ਦੇ ਵਿੱਚ ਬਹਾ ਦਿੱਤਾ ਤੇ ਮਹਾਂਪੁਰਸ਼ ਦੱਸਦੇ ਸਨ ਕਿ ਜਦੋਂ ਉਹ ਜਿਹੜੀ ਕਹੀ ਹੈ ਪਾਣੀ ਦੇ ਵਿੱਚ ਸਿੱਟੀ, ਜਿੱਥੇ ਉਹ ਪਾਣੀ ਦੇ ਸਿੱਟੀ ਉਸੇ ਵੇਲੇ ਉਸੇ ਪਾਸੇ ਨੂੰ ਦੂਸਰੇ ਪਾਸੇ ਨੂੰ ਜਲ ਵਹਿਣ ਲੱਗ ਪਿਆ। ਜਿਹੜਾ ਥੜੇ ਦੀ ਜਗ੍ਹਾ ਦੇ ਨਾਲ ਚੋ ਵਗ ਰਿਹਾ ਸੀ, ਜਿੱਥੇ ਧੂਣਾ ਜਿਹੜਾ ਸਾਹਿਬ ਬਣਿਆ ਜਿਹੜਾ ਚੋ ਦੇ ਵਿੱਚ ਹੈ, ਉੱਥੋਂ ਸਾਰਾ ਹੌਲੀ ਹੌਲੀ ਜਾਂਦਾ ਜਾਂਦਾ ਦੇਖੋ ਕਿਤਨੀ ਦੂਰ ਜਿਹੜਾ ਹੈ ਕਰੀਬ 100-150 ਗਜ ਦੇ ਉੱਤੇ ਚਲਿਆ ਗਿਆ। ਇਸ ਕਰਕੇ ਔਰ ਕਦੀ ਵੀ ਜਿਹੜਾ ਚੋ ਦਾ ਪਾਣੀ ਜਿੱਦਾਂ ਮਰਜੀ ਵੀ ਜਿੰਨਾ ਮਰਜੀ ਵੀ ਇੱਥੇ ਆਵੇ, ਕਦੀ ਜਿਹੜਾ ਡੇਰੇ ਦੇ ਵਿੱਚ ਵੜਿਆ ਨਹੀਂ। ਕਿਉਂ ਨਹੀਂ ਵੜਿਆ? ਕਿਉਂ ਉਹਨਾਂ ਨੇ ਬਚਨ ਕੀਤਾ, ਉਹਨਾਂ ਨੇ ਨਾਮ ਦੀ ਕਮਾਈ ਕੀਤੀ, ਤਾਂ ਹੀ ਜਿਹੜਾ ਮੇਲੇ ਲੱਗ ਰਹੇ ਨੇ। ਜਾਂ ਸਾਡੇ ਤੁਹਾਡੇ ਕਰਕੇ ਨਹੀਂ, ਉਹਨਾਂ ਦੇ ਨਾਮ ਕਰਕੇ ਆਪਾਂ ਜਿਹੜੇ ਸਾਨੂੰ ਖਿੱਚ ਪੈਂਦੀ ਹੈ, ਉਹਨਾਂ ਦੇ ਨਾਮ ਦੇ ਜਪਣ ਕਰਕੇ ਆਪਾਂ ਸਾਰੇ ਜਿਹੜੇ ਇੱਥੇ ਬਿਰਾਜਮਾਨ ਹੁੰਦੇ ਨੇ। ਔਰ ਇੱਥੇ ਸਾਰਾ ਹੀ ਜਿਤਨਾ ਵੀ ਸੀ ਔਰ ਜੰਗਲ ਸੀ ਔਰ ਮਹਾਂਪੁਰਸ਼ ਦੱਸਦੇ ਹਨ ਕਿ ਜਦੋਂ ਇੱਥੇ ਬਾਬਾ ਹੀਰਾਦਾਸ ਮਹਾਰਾਜ ਆਏ ਤੇ ਉਸ ਸਮੇਂ ਜਿਹੜਾ ਹੈ ਕੋਈ ਵੀ ਇਨਸਾਨ ਜਿਹੜਾ ਦਿਨ ਵੇਲੇ ਆਉਣ ਤੋਂ ਵੀ ਇੱਥੇ ਡਰਦਾ ਸੀ। ਇਸ ਵੇਲੇ ਜਿਹੜਾ ਹੈ ਰਾਤ ਨੂੰ ਵੀ ਕਿਸੇ ਨੂੰ ਭੈ ਨਹੀਂ ਹੁੰਦਾ ਇੱਥੇ ਆਉਣ ਤੋਂ। ਔਰ ਉਹਨਾਂ ਦੇ ਕੀਤੇ ਹੋਏ ਤਪ ਦੇ ਨਾਲ ਔਰ 7 ਪਰਿਵਾਰ ਰਾਜਪੂਤਾਂ ਨੇ ਜਿਹੜੀ ਜਗ੍ਹਾ ਹੈ ਡਾਂਡੀਆਂ ਦੇ ਵਾਲਿਆਂ ਨੇ 7 ਰਾਜਪੂਤਾਂ ਨੇ ਜਿਹੜੀ ਹੈ ਉਹਨਾਂ ਦੇ ਪਰਿਵਾਰਾਂ ਨੇ ਜਗ੍ਹਾ ਦਿੱਤੀ ਹੈ ਔਰ ਉਹਨਾਂ ਦਾ ਜਿਹੜਾ ਨਾਮ ਹੈ ਦੱਸੋ ਵੀ ਇਤਿਹਾਸ ਦੇ ਵਿੱਚ ਲਿਆਏਗਾ, ਕਿਸ ਸਮੇਂ ਲਿਖਾਂਗੇ। ਔਰ ਆਓ ਇਸ ਇਤਿਹਾਸ ਦੇ ਵਿੱਚ ਜਿਹੜਾ ਹੈ ਸਤਿਗੁਰਾਂ ਦੀ ਜਿੰਦ ਵੀ ਬੰਦਗੀ ਕੀਤੀ ਹੈ, ਨਾਮ ਜਪਿਆ ਹੈ ਤੇ ਮਹਾਂਪੁਰਸ਼ ਕਹਿੰਦੇ ਨੇ ਇਸ ਭਵ ਸਾਗਰ ਤੋਂ ਪਾਰ ਹੋਣ ਵਾਸਤੇ ਸੇਵਾ ਔਰ ਸਿਮਰਨ ਜਿਹੜਾ ਉਹ ਜ਼ਰੂਰੀ ਹੈ। ਆਓ ਧੰਨ ਪੜੀਏ ਜੀ। ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ ਦੋਵੇਂ, 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 ਬੰਦੇ ਨੂੰ ਤਾਰ
ਦੇ ਵਿੱਚ ਸਦਾ ਅਰਦਾਸ ਕਰਨੀ ਚਾਹੀਦੀ ਹੈ, ਬੇਨਤੀ ਕਰਨੀ ਚਾਹੀਦੀ ਹੈ, ਤਾਂ ਹੀ ਜਿਹੜਾ ਸਾਡਾ ਜਿਹੜਾ ਹੈ ਜੀਵਨ ਸਫਲਾ ਹੋਵੇਗਾ। ਚਾਹੇ ਜਿੰਨਾ ਮਰਜ਼ੀ ਆਪਾਂ ਸਿਮਰਨ ਕਰੀਏ, ਜਿੰਨੀ ਮਰਜ਼ੀ ਸੇਵਾ ਕਰੀਏ, ਫੇਰ ਵੀ ਜਦੋਂ ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਾਂਗੇ ਤਾਂ ਹੀ ਅਸੀਂ ਭਵ ਸਾਗਰ ਤੋਂ ਜਿਹੜਾ ਹੈ ਉਹ ਪਾਰ ਹੋਵਾਂਗੇ ਔਰ ਤਾਂ ਹੀ ਆਪਾਂ ਬੁਰਿਆਂ ਕੰਮਾਂ ਤੋਂ ਬਚ ਸਕਾਂਗੇ। ਆਓ ਧਾਰਨਾ ਪੜ੍ਹੀਏ, ਉਹ ਤੋਂ ਬਾਅਦ ਸਮਾਪਤੀ ਕਰੀਏ ਜੀ। ऐसी कृपा करो महाराज मेरा मन कदे भी डोले ना, ऐसी कृपा करो महाराज मेरा मन कदे भी डोले ना, ऐसी कृपा करो महाराज मेरा मन कदे भी डोले ना, ऐसी कृपा करो महाराज मेरा मन कदे भी डोले ना, ऐसी कृपा करो महाराज मेरा मन कदे भी डोले ना, ऐसी कृपा करो महाराज मेरा मन कदे भी डोले ना, ऐसी कृपा करो महाराज मेरा मन कदे भी डोले ना, ऐसी कृपा करो महाराज मेरा मन कदे भी डोले ना, 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 कदे भी डोले ना, मेरा मन कदे भी डोले ना, मेरा मन कदे भी डोले ना, मेरा मन कदे भी डोले ना, ऐसा रचना मेरा कर दे कोड़ा शब्द भी बोले ना, ऐसा रचना मेरा कर दे कोड़ा शब्द भी बोले ना, रचना मेरा कर दे कोड़ा शब्द भी बोले ना, ऐसा रचना मेरा कर दे कोड़ा शब्द भी बोले ना, ऐसा रचना मेरा कर दे कोड़ा शब्द भी बोले ना, ऐसा रचना मेरा कर दे कोड़ा शब्द भी बोले ना, ऐसा रचना मेरा कर दे कोड़ा शब्द भी बोले ना, ऐसा रचना मेरा कर दे कोड़ा शब्द भी बोले ना, ऐसी कृपा करो महाराज मेरा मन कदे भी डोले ना, ऐसी कृपा करो महाराज मेरा मन कदे भी डोले ना, ऐसी कृपा करो महाराज मेरा मन कदे भी डोले ना, ऐसी कृपा करो महाराज मेरा मन कदे भी डोले ना, माया पल पल यान दिलावे काल बराल तों दी कबरा, माया पल पल यान दिलावे काल बराल तों दी कबरावे, माया पल पल यान दिलावे काल बराग तुझी कबरावे, माया पल पल यान दिलावे काल बराग तुझी कबरावे, माया पल पल यान दिलावे काल बराल तों दी कबरा, माया पल पल यान दिलावे काल बराल तों दी कबरावे, माया पल पल यान दिलावे काल बराग तुझी कबरावे, माया पल पल यान दिलावे काल बराग तुझी ऐसी कृपा करो महाराज मेरा मन कदे भी डोले ना, कृपा करो महाराज मेरा मन कदे भी डोले ना, ऐसी कृपा करो महाराज मेरा मन कदे भी डोले ना, तेरी भक्ति रोज कमावा बिछिया मल कदे ना जा, तेरी भक्ति रोज कमावा बिछिया मल कदे ना जावा, तेरी भक्ति रोज कमावा विजया बल कदे ना जावा, तेरी भक्ति रोज कमावा विजया बल कदे ना जावा, तेरी भक्ति रोज कमावा बिछिया मल कदे ना जा, तेरी भक्ति रोज कमावा बिछिया मल कदे ना
ਬਾਣੀ ਪੜ੍ਹਦਿਆਂ ਹੋਇਆ ਔਰ ਕਥਾ ਵਿਚਾਰਾ ਕਰਦਿਆਂ ਹੋਇਆ ਸਤਿਗੁਰਾਂ ਦੇ ਇਤਿਹਾਸ ਬੋਲਦਿਆਂ ਹੋਇਆ ਅਨੇਕ ਇੱਕ ਨੇ ਅਨੇਕਾਂ ਭੁੱਲਾਂ ਚੁੱਕਾ ਹੋਈਆਂ ਹੋਣਗੀਆਂ। ਸੋ ਸਰਬੱਤ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਔਰ ਸੰਗਤ ਜਿਹੜੀ ਹੈ ਬਖਸ਼ਣਯੋਗ ਹੈ। ਆਓ ਹੁਣ ਗੁਰੂ ਫਤਿਹ ਬੁਲਾਓ ਸਾਰੇ ਮਿਲ ਕਰਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।